ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ 43 ਅੰਗ ਤੇ ਬਖਸ਼ਿਸ਼ ਕਰ ਰਹੇ ਨੇ ਪਾਵਨ ਪਵਿੱਤਰ ਉਪਦੇਸ਼। ਰਹਾਉ ਦੀਆਂ ਪੰਕਤੀਆਂ ਹਨ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫੱਕੜੇ। ਕੁਫੱਕੜੇ ਹੁੰਦੇ ਨੇ ਖੋਟੇ ਕੰਮ, ਸਭ ਮੁਕਦੀ ਚੱਲੀ ਰਹਿਣ। ਉਮਰ ਰੂਪੀ ਰਾਤ ਲੰਘ ਗਈ ਤੇਰੀ, ਲਾਹਾ ਹਲੇ ਤੱਕ ਲਿਆ ਹੀ ਨਹੀਂ ਕੋਈ। ਸ੍ਰੀ ਰਾਗ ਮਹੱਲਾ ਪੰਜਵਾਂ। ਪੰਚਮ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਰਾਗ 'ਚ 73ਵਾਂ ਸ਼ਬਦ ਬਖਸ਼ਿਸ਼ ਕਰਦੇ ਨੇ। 43 ਅੰਗ ਤੇ ਸਤਿਗੁਰੂ ਫਰਮਾਉਂਦੇ ਨੇ, ਇਹ ਜਿਹੜੇ ਸੰਸਾਰ ਦੇ ਜੀਵ ਨੇ, ਇਹ ਜਿਹੜੀ ਚੀਜ਼ ਮੂੰਹ 'ਚ ਜਿਵੇਂ ਹੌਲੀ ਹੌਲੀ ਚਗਲਦਿਆਂ ਹੋਇਆਂ ਰਸ ਲਏ ਤੋਂ ਬਿਨਾਂ ਹੀ ਬਾਹਰ ਸੁੱਟ ਦੇਣੀ, ਉਹਨੂੰ ਕਹਿੰਦੇ ਪਪੋਲਣਾ। ਆ ਜਿਵੇਂ ਅੱਜ ਕੱਲ ਆ ਨਿਆਣੇ ਖਾਂਦੇ ਨੇ ਚਿੰਗਮ ਜੀ, ਉਹ ਖਾਈ ਜਾਂਦੇ, ਉਹਨੂੰ ਹੁੰਦਾ ਤਾਂ ਕੁਝ ਵੀ ਨਹੀਂ ਹੈ ਉਹਦੇ 'ਚ, ਬਸ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ, ਫਿਰ ਸੁੱਟ ਦੇਣਾ, ਉਹਨੂੰ ਕਹਿੰਦੇ ਪਪੋਲਣਾ। ਨਾ ਉਹਦੇ 'ਚ ਕੋਈ ਅੰਦਰ ਨੂੰ ਗਿਆ ਨਾ ਬਾਹਰ ਨੂੰ ਗਿਆ, ਸਿਰਫ ਐਵੇਂ ਇੱਕ ਮੂੰਹ ਹੀ ਹਿਲਾਇਆ ਬਸ। ਆਓ ਉਸ ਅੱਖਰ ਨੂੰ ਸਤਿਗੁਰੂ ਕਹਿੰਦੇ ਭਲਕੇ ਉੱਠ ਪਪੋਲੀ ਹੈ, ਬਿਨ ਬੁੱਝੇ ਮੁਗਧ ਅਜਾਣ। ਸੋ ਜਿਹੜੇ ਸੰਸਾਰੀ ਲੋਕ ਨੇ ਹਮੇਸ਼ਾ ਸਵੇਰੇ ਉੱਠ ਕੇ ਗ੍ਰੰਥਾਂ ਨੂੰ ਪਪੋਲਦੇ ਹਨ, ਫਰੋਲਦੇ ਨੇ, ਇੱਧਰ ਉੱਧਰ ਪੱਤੇ ਉਲਟਾਈ ਜਾਂਦੇ ਨੇ, ਪਰ ਵਿੱਚੋਂ ਜਿਹੜਾ ਅਸਲ ਸਿਧਾਂਤ ਹੈ ਉਹਨੂੰ ਗ੍ਰਹਿਣ ਨਹੀਂ ਕਰਦੇ। ਭਲਕੇ ਉੱਠ ਪਪੋਲੀ ਹੈ, ਬਿਨ ਬੁੱਝੇ ਮੁਗਧ ਅਜਾਣ। ਸਿਧਾਂਤ ਦੇ ਬੁੱਝੇ ਤੋਂ ਬਿਨਾਂ ਇਹ ਜਿਹੜੇ ਮੂਰਖ ਜੀਵ ਨੇ, ਅਣਜਾਣ ਨੇ, ਅਗਿਆਤ ਨੇ, ਸਵੇਰੇ ਉੱਠਦਿਆਂ ਸਾਰੀ ਇਸ ਕਰਕੇ ਪਾਲਦੇ ਪੋਸਦੇ ਨੇ ਆਪਣੀ ਦੇਹੀ ਨੂੰ। ਨਾਮ ਸਿਮਰਨ ਦੇ ਬੁੱਝੇ ਤੋਂ ਬਿਨਾਂ ਸੰਸਾਰ ਦੇ ਵਿੱਚ ਜਿੰਨੇ ਲੋਕ ਨੇ ਅਗਿਆਨਤਾ ਸਹਿਤ ਹੋ ਰਹੇ ਨੇ। ਅਗਿਆਨ, ਜਿਵੇਂ ਸਤਿਗੁਰੂ ਨੇ ਇੱਕ ਅੱਖਰ ਵਰਤਿਆ ਮੂਰਖ ਪੁਰਸ਼। ਮੂਰਖ ਬਾਰੇ ਆਪਾਂ ਜਾਣ ਲਈਏ ਕਿ ਇੱਕ ਬੰਦਾ ਹੈ, ਉਹਨੂੰ ਜੇ ਕਹੀਏ ਕਿ ਬਾਹਰ ਮੀਂਹ ਪੈਂਦਾ ਅੰਦਰ ਨੂੰ ਆ ਜਾਓ, ਜਾਂ ਧੁੱਪ ਹੈ ਜ਼ਿਆਦੇ, ਉਹ ਅੰਦਰ ਨੂੰ ਆ ਜਾਂਦਾ। ਕਹਿੰਦੇ ਇੱਕ ਬੰਦੇ ਨੂੰ ਕਹੀਏ ਜੇ ਮੀਂਹ ਪੈਂਦਾ ਅੰਦਰ ਆ ਜਾ, ਕਹਿੰਦੇ ਕਿਉਂ ਆਵਾਂ, ਮੈਂ ਕੋਈ ਤੇਰਾ ਬੰਨਿਆ, ਤੇਰੇ ਆਖੇ ਕਿਉਂ ਲੱਗਾ। ਇਹ ਹੁੰਦਾ ਮੂਰਖ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਤਾਂ ਉਹ ਨੇ ਜਿਹੜੇ ਸੁਣਦਿਆਂ ਹੀ ਬਾਣੀ ਦਾ ਮੰਨਣ ਕਰਦੇ ਨੇ, ਇੱਕ ਉਹ ਨੇ ਜਿਹੜੇ ਅੱਗਿਓਂ ਜਵਾਬ ਸਵਾਲ ਕਰਦੇ ਨੇ, ਉਹ ਹੁੰਦੇ ਨੇ ਮੂਰਖ ਪੁਰਸ਼। ਉਹ ਕੀ ਕਰਦੇ ਨੇ, ਪਪੋਲੀਆ ਭਾਵ ਪਪੋਲਦੇ ਨੇ। ਲਓ ਜੀ ਉੱਥੇ ਆ ਲਿਖਿਆ ਸੀ, ਉੱਥੇ ਆ ਲਿਖਿਆ ਸੀ, ਫਲਾਣੇ ਥਾਂ ਆ ਲਿਖਿਆ ਸੀ। ਗੱਲ ਸੀ ਮੂਲ ਰੂਪ ਦੇ ਵਿੱਚ ਨਾਮ ਦਾ ਰਸ ਲੈਣ ਦੀ, ਗੱਲ ਸੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਦੀ। ਪਰ ਅੱਜ ਦਾ ਸੰਸਾਰ ਨਾਮ ਦਾ ਰਸ ਲੈਣ ਦੀ ਬਜਾਏ ਇਹ ਬਿੰਦੀ ਐ ਨਹੀਂ, ਇੱਥੇ ਟਿੱਪੀ ਐ ਨਹੀਂ, ਇੱਥੇ ਵਿਸ਼ਰਾਮ ਐ ਨਹੀਂ, ਆਹ ਪੰਕਤੀ ਐ ਨਹੀਂ, ਉਹ ਫਲਾਨਾ ਗਲਤ ਕਰਦਾ, ਉਹ ਫਲਾਨਾ ਠੀਕ ਕਰਦਾ। ਇਹ 5 ਗੱਲਾਂ ਬੋਲੀਆਂ, 100 ਗੱਲ ਹੈ, ਇਦਾਂ ਦੀ 1000 ਵੀ ਹੋ ਸਕਦੀ। 1000 ਦੇ ਲਗਭਗ ਇਦਾਂ ਦੀਆਂ ਗੱਲਾਂ ਪਪੋਲਣਾ ਕਹਿੰਦੇ ਇਹਨੂੰ। ਉਹ ਨਹੀਂ ਠੀਕ, ਉਹ ਨਹੀਂ ਠੀਕ, ਉਹ ਨਹੀਂ ਠੀਕ, ਉਹ ਨਹੀਂ ਠੀਕ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਦੁਨੀਆ ਦੇ ਅੰਦਰ ਜਿੰਨੇ ਵੀ ਲੋਕ ਰੌਲਾ ਪਾਉਣ ਵਾਲੇ ਨੇ ਧਰਮ ਦੇ ਨਾਂ ਤੇ, ਧਰਮ ਦੇ ਕਰਮ ਨੂੰ ਕਰਨ ਵਾਲੇ ਦਿਖਾਵਾ ਮਾਤਰ, ਉਹਨਾਂ ਵਿੱਚੋਂ ਸਾਰਿਆਂ ਨੂੰ ਪੁੱਛੋ ਵੀ ਤੁਹਾਨੂੰ ਕਿਸੇ ਨੂੰ ਨਾਮ ਦਾ ਰਸ ਆਇਆ, ਕੋਈ ਮਨ ਦੀ ਇਕਾਗਰਤਾ ਹੋਈ ਤੁਹਾਡੀ? ਕਹਿੰਦੇ ਨਾ, ਉਹ ਤਾਂ ਨਹੀਂ ਆਇਆ। ਇਸ ਕਰਕੇ ਸਤਿਗੁਰੂ ਕਹਿੰਦੇ ਬਿਨ ਬੁੱਝੇ ਮੁਗਧ ਅਜਾਣ। ਜਿਹੜੀ ਸਟੇਜ ਹੈ ਮੁਗਧ ਦੀ, ਇਹ ਬਹੁਤ ਹੀ ਜ਼ਿਆਦਾ ਭੈੜੀ। ਅਜਾਣ ਉਦੋਂ ਵੀ ਭੈੜਾ। ਅਸੰਖ ਮੂਰਖ ਅੰਧ ਘੋਰ, ਜਿਵੇਂ ਮਹਾਰਾਜ ਨੇ ਬਚਨ ਲਿਖਿਆ, ਬਿਲਕੁਲ ਹੀ ਬੇਸਮਝ ਲੋਕ ਨੇ। ਨਾਮ ਦਾ ਰਸ ਲੈਣ ਦੀ ਬਜਾਏ ਬਾਣੀ ਦੀ ਫਰੋਲਾ ਫਰਾਲੀ ਜ਼ਿਆਦਾ ਕਰਦੇ ਨੇ। ਫਰੋਲਾ ਫਰਾਲੀ ਵਿੱਚ ਫਿਰ ਡਾਂਗ ਸੋਟਾ ਖੜਕਦਾ। ਉਹ ਕਹਿੰਦਾ ਇੱਥੇ ਵਿਸ਼ਰਾਮ ਨਹੀਂ, ਉਹ ਕਹਿੰਦਾ ਇੱਥੇ ਨਹੀਂ, ਦੋਨੋਂ ਲੜ ਪਏ ਆਪਸ ਵਿੱਚ। ਚਲੋ ਆਪੋ ਆਪਣੇ ਘਰੀਂ ਬਹਿ ਗਏ ਜਾ ਕੇ, ਮੈਂ ਉਹਦੇ ਨਾਲ ਨਹੀਂ ਬੋਲਣਾ, ਉਹ ਕਹਿੰਦਾ ਮੈਂ ਉਹਦੇ ਨਾਲ ਨਹੀਂ ਬੋਲਣਾ। ਉਹ ਅੱਧੇ ਲੋਕ ਆਪਣੇ ਵੱਲ ਕਰ ਲੈਂਦਾ, ਅੱਧੀ ਸੰਗਤ ਨੂੰ ਦੂਜੇ ਆਪਣੇ ਵੱਲ ਕਰ ਲੈਂਦੇ ਨੇ। ਕਿਉਂ ਸਾਰੀ ਸੰਗਤ ਦੇ ਪਹਿਲਾਂ 2 ਟੋਟੇ, ਫਿਰ 4 ਟੋਟੇ, ਫਿਰ 6 ਟੋਟੇ, ਸੰਗਤ ਪਾੜ ਕੇ ਅੱਡ ਅੱਡ ਕਰ ਲਈ ਸਾਰੀ।
ਤੇ ਸਾਰੀ ਸੰਗਤ ਨੂੰ ਪੁੱਛੋ ਵੀ ਤੁਹਾਨੂੰ ਕੀ ਮਿਲਿਆ ਅੱਡ ਅੱਡ ਹੋ ਕੇ। ਕਦੇ ਕੋਈ ਇਕਾਗਰਤਾ, ਕੋਈ ਨਾਮ ਦਾ ਰਸ, ਕੋਈ ਚਿੱਤ ਦਾ ਟਿਕਾਓ, ਕੋਈ ਮਨ ਨੂੰ ਠੰਡ ਪਈ ਆ? ਨਹੀਂ, ਕਹਿੰਦੇ ਠੰਡ ਤਾਂ ਨਹੀਂ ਪਈ, ਪਾਰਟੀਬਾਜੀ ਵਧੀਆ ਬਣ ਗਈ ਸਾਡੀ, ਲੜਾਈ ਲੜੋਈ ਵਧੀਆ ਕਰ ਲੈਂਦੇ ਅਸੀਂ ਸਿੱਖਾਂ ਵਾਲਾ ਜਿਹੜਾ ਕੰਮ ਖਾਸ। ਇਸ ਕਰਕੇ ਕਹਿੰਦੇ ਮਹਾਰਾਜ ਨੇ ਵੀ ਕਿਹਾ ਕਿ ਖਾਲਸਾ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਕਹਿੰਦੇ ਉਹ ਤਾਂ ਸਾਡੇ ਕੋਲ ਹੈਗੀ ਗੱਲ, ਤੇ ਨਾਮ ਦਾ ਰਸ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਮਹਾਰਾਜ ਕਹਿੰਦੇ ਨਾਮ ਦਾ ਰਸ ਵੀ ਤਾਂ ਲਓ। ਸੋ ਪ੍ਰਭ ਚਿਤ ਨਾ ਆਇਓ ਛੁਟੈਗੀ ਬੇਬਾਨ। ਉਹ ਕਰਤਾ ਪੁਰਖ ਵਾਹਿਗੁਰੂ ਦਾ ਨਾਮ ਤਾਂ ਕਦੇ ਚੇਤੇ ਹੀ ਨਹੀਂ ਆਇਆ, ਮਨ ਦੇ ਅੰਦਰ ਵਸਿਆ ਹੀ ਨਹੀਂ। ਇਹੀ ਮਨ 'ਚ ਹੁੰਦੀ ਕਿ ਕਿਹਨੂੰ ਕਦੋਂ ਸਿੱਟੀਏ, ਕਿਹਦੇ ਨਾਲ ਕਿੰਨੀ ਈਰਖਾ ਕਰੀਏ, ਕਿਹਦੇ ਨਾਲ ਕਿੰਨੀ ਦਵੈਸ਼ ਕਰੀਏ। ਇਸ ਲਈ ਅੰਤਮ ਸਮੇਂ ਉਹਨਾਂ ਦੀ ਜਿਹੜੀ ਹਾਲਤ ਹੋਣੀ ਆ, ਉਹਨਾਂ ਦੀ ਦੇਹ ਜਿਹੜੀ ਹੈ ਨਾ ਬੇਬਾਨ ਹੁੰਦੀ, ਬੀਆਬਾਨ ਉਜਾੜ 'ਚ ਛੁੱਟੇਗੀ। ਜਿੱਥੇ ਇਹਦੀ ਦੇਹੀ ਨੂੰ ਕੂਕਰ ਵੀ ਨਹੀਂ ਖਾਣਗੇ। ਨਾਮ ਸਿਮਰਨ ਤੋਂ ਬਿਨਾਂ ਬੇਬਾਨ ਹੁੰਦੀ, ਦਵੈਤ ਦੀ ਬਾਣੀ ਛੁੱਟੇਗੀ। ਭਾਵ ਜਿਹੜੀ ਦਵੈਸ਼ ਹੈ ਉਹਦੇ ਵਿੱਚ ਹੀ ਬੋਲੇਗਾ, ਪੁੱਠੀਆਂ ਗੱਲਾਂ ਕਰੇਗਾ। ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ। ਮਹਾਰਾਜ ਕਹਿੰਦੇ ਬੰਦਿਆ ਸਤਿਗੁਰਾਂ ਨਾਲ ਚਿੱਤ ਬਿਰਤੀ ਲਗਾ ਕੇ ਤੂੰ ਸਦਾ ਰਹਿਣ ਵਾਲਾ ਜਿਹੜਾ ਆਨੰਦ ਹੈ ਨਾ, ਇਹਨੂੰ ਭੋਗਣਾ ਕਰ, ਇਹਨੂੰ ਮਾਣ। ਸਾਰੀਆਂ ਗੱਲਾਂ ਛੱਡ ਦੇ। ਨਿਸ਼ਾਨੇ ਤੋਂ ਤਾਂ ਉੱਕ ਗਏ ਨਾ ਆਪਾਂ। ਨਿਸ਼ਾਨਾ ਸਾਡਾ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੇ ਤਾਂ ਕਿਸੇ ਨੂੰ ਕਿਸੇ ਨੇ ਪ੍ਰਮਾਤਮਾ ਦੇ ਦਰਸ਼ਨ ਕਰਾਏ ਨੇ ਤਾਂ ਆਪਾਂ ਸਾਰੇ ਜਾਣੇ ਉਹ ਬੰਦੇ ਦੇ ਮਗਰ ਲੱਗਦੇ ਆ ਵੀ ਲੋ ਵੀ ਵਾਹਿਗੁਰੂ ਮਿਲਾ ਦਿੱਤਾ, ਅੰਦਰ ਅਵਸਥਾ ਬਣਾਤੀ, ਰਸ ਬਣਾ ਦਿੱਤਾ, ਸ਼ਾਂਤੀ ਪੈਦਾ ਕਰ ਦਿੱਤੀ। ਸਵਾਏ ਈਰਖਾ ਦੀ ਅੱਗ ਤੋਂ ਜੇ ਕਿਸੇ ਨੇ ਕੁਝ ਦੇਣਾ ਹੀ ਨਹੀਂ, ਮਹਾਰਾਜ ਕਹਿੰਦੇ ਸਾਰਿਆਂ ਦਾ ਸਾਥ ਛੱਡ ਕੇ ਸਤਿਗੁਰ ਸੇਤੀ ਚਿੱਤ ਲਾਏ। ਉਹ ਗੁਰੂ ਗ੍ਰੰਥ ਸਾਹਿਬ ਨਾਲ ਚਿੱਤ ਲਾਈਏ ਆਪਾਂ, ਬਾਕੀ ਸਾਰੇ ਛੱਡ ਦਈਏ। ਲੋੜ ਨਹੀਂ ਮਨੁੱਖਾਂ ਦੇ ਮਗਰ ਜਾਣ ਦੀ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕ ਹੈ ਭਗਵਾਨ। ਕਹਿੰਦੇ ਜਿਹੜੇ ਕੰਮ ਤੂੰ ਆਇਆ ਉਹ ਕਰ। ਮੈਂ ਕਿਹੜੇ ਕੰਮ ਆਇਆ ਜੀ? ਪ੍ਰਾਣੀ ਤੂੰ ਆਇਆ ਲਾਹਾ ਲੈਣ। ਤੂੰ ਤਾਂ ਆਤਮਿਕ ਲਾਭ ਲੈਣ ਆਇਆ ਸੀ ਗੁਰੂ ਘਰ 'ਚ, ਤੇ ਇੱਥੇ ਕੁਝ ਹੋਰ ਹੀ ਹੋ ਰਿਹਾ ਸਾਰੇ ਥਾਵਾਂ ਤੇ। ਆਤਮਿਕ ਲਾਭ ਵਾਲਾ ਤਾਂ ਕੋਈ ਬੰਦਾ ਹੀ ਨਹੀਂ ਮਿਲਦਾ। ਜਿਹੜਾ ਆਤਮਿਕ ਲਾਭ ਵਾਲਾ ਬੰਦਾ ਉਹਨੂੰ ਕਹਿੰਦੇ ਇਹ ਬੰਦੇ ਨੂੰ ਕੁਝ ਆਉਂਦਾ ਹੀ ਨਹੀਂ, ਇਹ ਤਾਂ ਕਮਲਾ, ਪੁੱਠੀਆਂ ਗੱਲਾਂ ਕਰਦਾ ਹੈ। ਤੇ ਜਿਹੜੇ ਬੰਦੇ ਨੂੰ ਕੁਝ ਵੀ ਨਹੀਂ ਆਉਂਦਾ ਉਹਨੂੰ ਸਾਰੇ ਕਹਿੰਦੇ ਇਹਨੂੰ ਬਹੁਤ ਕੁਝ ਆਉਂਦਾ, ਬੜਾ ਗਿਆਨ ਹੈ, ਲਾਈ ਬੁਝਾਈ ਚੰਗੀ ਕਰ ਲੈਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਲੱਗਾ ਕਿਤ ਕੋ ਫੱਕੜੇ, ਇਹ ਖੋਟਿਆਂ ਕੰਮਾਂ 'ਚ ਕਿਉਂ ਲੱਗਿਆ ਫਿਰਦਾ? ਸਭ ਮੁਕਦੀ ਚੱਲੀ ਰਹਿਣ, ਤੇਰੀ ਅਵਸਥਾ ਰੂਪੀ ਰਾਤ ਮੁਕਦੀ ਜਾ ਰਹੀ ਹੈ। ਭਗਤੀ ਵਾਲੇ ਪਾਸੇ ਚਿੱਤ ਲਾ। ਉਹ ਵੀ ਰੱਬ ਦੇ ਪਿਆਰੇ ਨੇ ਜਿਨ੍ਹਾਂ ਨੇ ਬਹੁਤ ਅਭਿਆਸ ਕਰਕੇ ਆਪਣੇ ਅੰਦਰ ਦੀ ਅਵਸਥਾ ਨੂੰ ਬਣਾਇਆ, ਜਿਨ੍ਹਾਂ ਨੇ ਬੈਖਰੀ ਮਧਮਾ ਪਸੰਤੀ ਪਰਾ ਬਾਣੀਆਂ ਪਾਰ ਕਰਕੇ ਰੋਮ ਰੋਮ ਤੇ ਜਾਪ ਚਲਾਇਆ। ਉਹ ਵੀ ਬੰਦੇ ਨੇ ਜਿਨ੍ਹਾਂ ਨੂੰ ਸਾਖਿਆਤ ਸਭ ਕੁਝ ਨਜ਼ਰ ਆ ਗਿਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਵੀ ਨਜ਼ਰ ਆ ਗਿਆ। ਭਗਤ ਜੀ ਕਹਿੰਦੇ ਨੇ ਭਗਤ ਸੰਗ ਪ੍ਰਭ ਗੋਸ਼ਟ ਕਰਤ। ਰੱਬ ਦੇ ਪਿਆਰੇ ਬੈਠ ਕੇ ਪ੍ਰਮਾਤਮਾ ਨਾਲ ਸਾਹਮਣੇ ਆਮਣੇ ਸਾਹਮਣੇ ਗੱਲਾਂ ਬਾਤਾਂ ਕਰ ਲੈਂਦੇ ਨੇ। ਇੰਨੀ ਉੱਚੀ ਅਵਸਥਾ ਦੇ ਪਿਆਰੇ ਵੀ ਬੈਠੇ ਨੇ ਆਪਣੇ ਕੋਲੇ, ਪ੍ਰਮਾਤਮਾ ਨਾਲ ਬਚਨ ਵਿਲਾਸ ਕਰ ਲੈਣੇ, ਆਪਣੇ ਆਨੰਦ ਨੂੰ ਮਾਨਣਾ, ਰਸ ਨੂੰ ਮਾਨਣਾ। ਸਾਰਿਆਂ ਭਗਤਾਂ ਨੇ ਪ੍ਰਮਾਤਮਾ ਨਾਲ ਬਚਨ ਕੀਤੇ ਨੇ, ਔਰ ਰੱਬ ਦੇ ਗੁਰੂ ਕੇ ਪਿਆਰੇ ਗੁਰਸਿੱਖ ਵੀ ਪ੍ਰਮਾਤਮਾ ਨਾਲ ਬਚਨ ਕਰਦੇ ਨੇ। ਕਈ ਕਹਿੰਦੇ ਪ੍ਰਮਾਤਮਾ ਤਾਂ ਦਿਖਦਾ ਹੀ ਨਹੀਂ, ਪ੍ਰਮਾਤਮਾ ਤਾਂ ਉਹਦਾ ਕਿਹੜਾ ਆਕਾਰ ਹੈ, ਕੋਈ ਪ੍ਰਮਾਤਮਾ ਨੂੰ ਕੋਈ ਬੈਨ ਨਹੀਂ ਲੱਗਿਆ ਹੋਇਆ ਵੀ ਉਹ ਆਕਾਰ ਨਹੀਂ ਧਾਰ ਸਕਦਾ। ਇਹ ਕਹਿ ਸਕਦੇ ਕਿ ਪ੍ਰਮਾਤਮਾ ਮਾਤਾ ਦੇ ਉਦਰ ਰਾਹੀਂ ਹੋ ਕੇ ਆਕਾਰ ਨਹੀਂ ਧਾਰਦਾ, ਉਹ ਡਾਇਰੈਕਟ ਆਕਾਰ ਧਾਰਨ ਨੂੰ ਸਮਰੱਥ ਹੈ। ਉਹਨੂੰ ਮਾਤਾ ਦੇ ਉਦਰ 'ਚ ਆਉਣ ਦੀ ਕੀ ਲੋੜ ਹੈ? ਉਹਦਾ ਸਾਖਿਆਤ ਸਾਹਮਣੇ ਦਰਸ਼ਨ ਦਿੰਦੇ ਨੇ, ਬਚਨ ਕਰਦੇ ਨੇ, ਸਿੰਘਾਂ ਦੇ ਨਾਲ ਬਚਨ ਕਰਦੇ ਨੇ, ਸੰਗਤਾਂ ਨਾਲ ਬਚਨ ਕਰਦੇ ਨੇ। ਆਪਣੇ ਕੋਲ ਬਹੁਤ ਸੰਗਤ ਬੈਠੀ ਐ, ਐਸੀ ਸੰਗਤ ਵਿੱਚ ਬਹੁਤ ਰੰਗਤ ਵਾਲੇ ਬੰਦੇ ਬੈਠੇ ਨੇ ਸੰਸਾਰ ਸਾਰੇ ਵਿੱਚ। ਇਸ ਕਰਕੇ ਰੱਬ ਦੇ ਪਿਆਰੇ ਬਹੁਤ ਮਿਹਨਤ ਅਭਿਆਸ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦੇ ਨੇ। ਪਰ ਇਨਸਾਨ ਦੀ ਉਮਰ ਲੰਘ ਚੁੱਕੀ। ਮਹਾਰਾਜ ਕਹਿੰਦੇ ਰਸ ਲਓ ਬਾਣੀ ਦਾ, ਇਕਾਗਰਤਾ ਕਰੋ ਆਪਣੇ ਮਨ ਦੀ, ਸਾਰਾ ਕੁਝ ਛੱਡ ਕੇ ਰਹਾਓ, ਵਿਸ਼ਰਾਮ ਦੇ ਕੇ ਕਹਦੇ ਨੇ ਕੁਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ। ਇੱਕ ਤਾਂ ਹੁੰਦਾ ਉਦਮ, ਇੱਕ ਹੁੰਦਾ ਉਦਮ ਮੰਮੇ ਨੂੰ ਔਂਕੜ ਤੋਂ ਬਿਨਾ,
संसारी ਕੰਮਾਂ ਲਈ ਉਦਮ ਕਰਨਾ। एक ਹੁੰਦਾ सगल उद्यम मैं उद्यम मोह भला, वो मम्मे ने औंकड़ लाया। वो उद्यम केड़ा जी? हर का नाम जपो जी सदा। कहते नाम जपण दा उद्यम। इत्थे हुण तीजा अखर आया, कक्के नूं औंकड़, दद्दा मम्मा, कुद्दम। कहते कुद्दम करे पस पंखी, दिसै नाही काल। कहते पशु पंछियां दी न्याई तू कुद्दम हुंदा, खोटा उद्यम कर रहा, उल्ट पासे नूं चल रहा। पशु पंछियां दी तरह तू कुद्दम करदा, कुद्दना भुड़कना करदा, छाला मारदा पदार्थां वास्ते। एक तां हुंदा हक सच दी रोटी कमाउण लई, वो तां उद्यम है, आहर करदा फिरदा, अपना उद्यम करदा है। एक है माड़े पासे नूं जाण दा कुद्दम करना, बुरे पासिਆਂ ਨੂੰ ਪੈਰਾਂ ਨੇ ਜਾਣਾ। ਕਹਿੰਦੇ ਦਿਸੈ ਨਾਹੀ ਕਾਲ, ਜਮਦੂਤ ਤੈਨੂੰ ਨਜ਼ਰ ਨਹੀਂ ਆਉਂਦਾ। ਜਿਵੇਂ ਸਾਰੇ ਪਸ਼ੂ ਪੰਛੀ ਆਪੋ ਆਪਣੇ ਵਿਕਾਰਾਂ ਦਾ ਕੁੱਦਮ ਕਰਦੇ ਨੇ, ਖੋਟਾ ਕੰਮ ਕਰਦੇ ਨੇ, ਆਪਣੇ ਮਰਨੇ ਨੂੰ ਦੇਖਦੇ, ਇਸੇ ਤਰ੍ਹਾਂ ਤੂੰ ਵੀ ਕੁੱਦਮ ਦੇ ਵਿੱਚ ਲੱਗਿਆ ਹੋਇਆ। ਮਰਨੇ ਨੂੰ ਜਾਣਦਾ ਹੀ ਨਹੀਂ, ਸਮਝਦਾ ਹੀ ਨਹੀਂ ਕਿ ਜਾਣਾ ਵੀ ਹੈ। ਓਤੈ ਸਾਥ ਮਨੁੱਖ ਹੈ, ਫਾਥਾ ਮਾਇਆ ਜਾਲ। ਓਤੈ ਤੋਂ ਭਾਵ ਉਹਨਾਂ ਪਸ਼ੂਆਂ ਪੰਛੀਆਂ ਦੇ ਨਾਲ ਹੀ ਇਹ ਮਨੁੱਖ ਮਿਲ ਗਿਆ। ਉਹਨਾਂ ਵਾਂਗੂ ਇਹ ਵੀ ਖੋਟਾ ਹੀ ਉਦਮ ਕਰਨ ਲੱਗ ਪਿਆ, ਮਾਇਆ ਦੇ ਮੋਹ ਰੂਪੀ ਜਾਲ ਵਿੱਚ ਫਸ ਗਿਆ। ਰਹਿਣਾ ਤਾਂ ਮਾਇਆ ਵਿੱਚ ਹੀ, ਗੱਲ ਸਮਝਣ ਦੀ ਹੁੰਦੀ। ਮਾਇਆ ਵਿੱਚ ਰਹਿਣਾ, ਇਹਦੇ ਤੋਂ ਬਿਨਾਂ ਸਰਦਾ ਵੀ ਨਹੀਂ। ਮਾਇਆ ਬਿਨਾਂ ਦਸਵੇਂ ਪਾਤਸ਼ਾਹ ਹੁਣ ਹੋਰ ਗਾਣ ਲਾ ਗ੍ਰੰਥ ਆਦਿ ਸਰਬਲੋਹ ਪ੍ਰਕਾਸ਼ ਲਿਖਦੇ ਨੇ, ਤੁਝ ਬਿਨ ਸਰੈ ਨਾ ਇੱਕ ਛਿਨ। ਮਾਇਆ ਨੂੰ ਲਿਖਦੇ ਨੇ, ਕਹਿੰਦੇ ਤੇਰੇ ਬਿਨਾਂ ਤਾਂ ਇੱਕ ਛਿਨ ਵੀ ਨਹੀਂ ਸਰਦਾ। ਗੱਡੀ ਦਾ ਤੇਲ ਮੁੱਕ ਜੇ ਨਾ, ਉੱਥੇ ਹੀ ਖੜ ਜਾਂਦੀ ਹੈ, ਲਾ ਲਓ ਜ਼ੋਰ, ਤੇਲ ਲਿਆ ਕੇ ਪਾ ਫੇਰ ਚੱਲੂ। ਪੈਂਚਰ ਹੋ ਜਾਏ ਉੱਥੇ ਹੀ ਖੜ ਜਾਂਦਾ ਕੰਮ। ਸੰਸਾਰ ਦੇ ਅੰਦਰ ਇੱਥੇ ਤਾਂ ਬਾਹਲਾ ਜ਼ਿਆਦਾ ਸਖਤ ਕੰਮ ਹੈ। ਪੈਸਾ ਨਹੀਂ ਜੇਬ ਦੇ ਵਿੱਚ ਤਾਂ ਕੰਮ ਖਰਾਬ ਹੈ। ਤਾਂ ਠੀਕ ਹੈ, ਮਾਇਆ ਬਿਨਾਂ ਸਰਦਾ ਨਹੀਂ। ਸਤਿਗੁਰੂ ਜੀ ਕਹਿੰਦੇ ਮਾਇਆ ਦੇ ਵਿੱਚ ਨਿਰਲੇਪ ਰਹਿਣਾ ਵੀ ਸਿੱਖੋ। ਜਿਵੇਂ ਪਾਣੀ ਦੇ ਵਿੱਚ ਬੰਦਾ ਤਰਦਾ ਹੈ, ਤਰਦਾ ਤਰਦਾ ਬੰਦਾ ਕਈ ਵਾਰੀ ਵੱਧ ਤੋਂ ਵੱਧ, ਅੱਜ ਤੱਕ ਇੱਕ ਬੰਦੇ ਨੇ 30 ਕਿਲੋਮੀਟਰ ਤਰ ਕੇ ਪਾਰ ਕੀਤਾ ਸ਼੍ਰੀਲੰਕਾ ਤੱਕ, ਹਿੰਦੁਸਤਾਨ ਦੀ ਧਰਤੀ ਤੋਂ 30 ਕਿਲੋਮੀਟਰ ਤੱਕ ਇੱਕ ਬੰਦਾ ਤਰਿਆ ਅੱਜ ਤੱਕ, ਕਿਉਂਕਿ ਉਹਦਾ ਅਭਿਆਸ ਸੀ ਤਰਨ ਦਾ। ਪਰ ਜੇ ਉਹ ਡੁੱਬ ਜਾਂਦਾ ਫਿਰ ਸਾਰਿਆਂ ਨੇ ਕਹਿਣਾ ਸੀ ਕਾਹਨੂੰ ਤਰਨਾ ਸੀ ਜੇ ਡੁੱਬਣਾ ਹੀ ਸੀ। ਸਤਿਗੁਰੂ ਕਹਿੰਦੇ ਇਹ ਸਾਰਾ ਸੰਸਾਰ ਮਾਇਆ ਦਾ ਸਮੁੰਦਰ ਹੈ। ਰਹਿਣਾ ਵੀ ਆਪਾਂ ਮੱਛੀਆਂ ਵਾਂਗੂ ਇਹਦੇ ਵਿੱਚ ਹੀ ਹੈ, ਤੇ ਰਹਿਣਾ ਵੀ ਨਿਰਲੇਪ ਹੈ, ਡੁੱਬਣਾ ਵੀ ਨਹੀਂ। ਮੱਛੀ ਦੇਖੋ ਪਾਣੀ ਦੇ ਵਿੱਚ ਤਰਦੀ ਹੈ, ਪਰ ਇਹ ਤਾਂ ਨਹੀਂ ਕਹਿੰਦੇ ਮੱਛੀ ਡੁੱਬ ਗਈ ਸਮੁੰਦਰ ਦੇ ਵਿੱਚ। ਜਿਹੜੀ ਮੱਛੀ ਮਰ ਜਾਂਦੀ ਹੈ ਉਹ ਥੱਲੇ ਚਲੀ ਜਾਂਦੀ, ਉਹ ਦੂਜੀਆਂ ਮੱਛੀਆਂ ਖਾ ਜਾਂਦੀਆਂ। ਇਸ ਕਰਕੇ ਸਤਿਗੁਰੂ ਆਪਾਂ ਨੂੰ ਸਿੱਖਿਆ ਦਿੰਦੇ ਮਾਇਆ ਵਿੱਚ ਰਹਿ ਕੇ ਵੀ ਨਿਰਲੇਪਤਾ ਰੱਖਣੀ। ਹੁਣ ਮਾਇਆ ਦੇ ਵਿੱਚ ਨਿਰਲੇਪਤਾ ਕੌਣ ਬੰਦੇ ਰੱਖਦੇ ਨੇ? ਮੁਕਤੇ ਸੇਈ ਭਾਲੀਐ ਜੇ ਸੱਚਾ ਨਾਮ ਸੰਭਾਲ। ਉਹ ਗੁਰਮੁਖ ਮਾਇਆ ਦੇ ਜਾਲ ਤੋਂ ਮੁਕਤ ਰੂਪ ਭਾਲੀਐ ਤੋਂ ਭਾਵ ਵੇਖੇ ਜਾ ਸਕਦੇ ਨੇ ਜਿਹੜੇ ਸੱਚੇ ਨਾਮ ਨੂੰ ਯਾਦ ਕਰਦੇ ਨੇ। ਨਾਮ ਜਪ ਕੇ ਆਪਾਂ ਸੰਸਾਰ ਅੰਦਰ ਨਿਰਲੇਪ ਰਹਿ ਸਕਦੇ ਹਾਂ। ਸੋ ਜਿਵੇਂ ਜਹਾਜ਼ ਦੇ ਜਿਹੜੇ ਪੰਖ ਜੇ ਹੁੰਦੇ ਨੇ ਲੱਗੇ ਹੋਏ ਜਹਾਜ਼ ਦੇ ਫਰ, ਇਹਨਾਂ ਦੇ ਉੱਤੇ ਪਹਿਲਾਂ ਟੋਰਾਂਟੋ ਆਦਿ ਜਿੱਥੇ ਜ਼ਿਆਦਾ ਬਰਫ਼ ਪੈਂਦੀ, ਹੋਰ ਥਾਵਾਂ ਤੇ ਪਹਿਲਾਂ ਇੰਗਲੈਂਡ ਵਿੱਚ ਤੇ ਜਰਮਨ ਵਿੱਚ ਪਹਿਲਾਂ ਲਿਜਾ ਕੇ ਪਰੇ ਸਪਰੇਅ ਕੀਤਾ ਜਾਂਦਾ ਸਾਰੇ ਫਰਾਂ ਦੇ ਉੱਤੇ। ਉਹ ਇੰਨੀ ਜ਼ਿਆਦਾ ਉਹ ਚੀਜ਼ ਐਸੀ ਹੈ ਕਿ ਉਹਦੇ ਉੱਤੇ ਠੰਡ ਦਾ ਅਸਰ ਹੀ ਨਹੀਂ ਪੈਂਦਾ, ਨਾ ਬਰਫ਼ ਦਾ। ਜਦੋਂ ਉਹਦੇ ਉੱਤੇ ਬਰਫ਼ ਪੈਂਦੀ ਆ ਉਹਨਾਂ ਫਰਾਂ ਦੇ ਉੱਤੇ ਬਰਫ਼ ਜੰਮਦੀ ਨਹੀਂ, ਬਾਕੀ ਧਰਤੀ ਉੱਤੇ ਜੰਮ ਜਾਂਦੀ। ਇਸੇ ਤਰ੍ਹਾਂ ਕਮਲ ਦਾ ਫੁੱਲ ਹੈ, ਪਾਣੀ ਦੇ ਵਿੱਚ ਨਿਰਲੇਪ ਹੀ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਵੀ ਨਿਰਲੇਪ ਰਹਿਣਾ ਸਿੱਖ ਲਓ ਗੁਰਮੁਖਾਂ ਪਾਸੋਂ। ਸ੍ਰੀ ਅਨੰਦਪੁਰ ਸਾਹਿਬ ਤਾਈਓ ਛੱਡਿਆ ਸੀ ਵੀ ਨਿਰਲੇਪ ਰਹਿ ਕੇ ਦਿਖਾਇਆ ਸੀ। ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਨਿਰਲੇਪ ਰਹਿ ਕੇ ਦਿਖਾਇਆ ਹੈ। ਨੌਵੇਂ ਪਾਤਸ਼ਾਹ ਤੇ ਧੀਰਮਲ ਨੇ ਗੋਲੀ ਚਲਾਤੀ, ਸਮਾਨ ਲੁੱਟ ਕੇ ਲੈ ਗਿਆ। ਸਤਿਗੁਰੂ ਕਹਿੰਦੇ ਚਲੋ ਭਾਈ, ਛੱਡ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਜਾ ਵਸਾਇਆ ਗੁਰਾਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦ ਦੇਖਿਆ ਕਿ ਧਰਮ ਨੂੰ ਖਤਰਾ ਹੈ, ਹਿੰਦੂਆਂ ਨੂੰ ਖਤਰਾ, ਉਦੋਂ ਫਿਰ ਛੱਡ ਕੇ ਅਨੰਦਪੁਰ ਸਾਹਿਬ ਆਪ ਹੀ ਦਿੱਲੀ ਚਲੇ ਗਏ। ਕਹਿੰਦੇ ਅਸੀਂ ਵੀ ਸੀਸ ਦੇ ਦਿੰਦੇ ਜਾ ਕੇ। ਦਸਵੇਂ ਪਾਤਸ਼ਾਹ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਹੀ ਛੱਡ ਦਿੱਤਾ। ਮਖਮਲੀ ਗੱਦਿਆਂ ਤੇ ਬਹਿਣ ਵਾਲੇ ਗੁਰੂ ਅਰਜਨ ਦੇਵ ਜੀ
छड्ड के सारा कुछ लाहौर तत्तियां तवियां ते जा बैठे। आपां तो इन्ना कोई कष्ट ही नहीं आया। आपां तो चंगे भले सुखी हुंदे होए ही कष्टी हो जाते हैं, दुखी हो जाते हैं, क्योंकि सतगुरु ने यह दिखाया सी भी इन्ना कष्ट हुंदियां होयां भी साडे मन च शांति। वो काहदी शांति सी? नाम दी शांति। पर असीं सारे जाने इन्ना सुखी हो के भी दुखी हो रहे हैं, क्योंकि नाम दी ठंड हिरदे च नहीं है। जदों नाम हिरदे च हुंदा ना तां किसी नाल ईर्खा हुंदी है, ना द्वैश हुंदी है, ना नफरत हुंदी है, ना गुस्सा आउंदा, ना विकार पैदा हुंदे ने, ना कोई पुठे पासे नूं मन जांदा। इन्ना मन बर्फ वांगू टिकिया हुंदा, शांत चित्त, फुरना ही नहीं उठदा कोई माड़ा। इन्ना ज़्यादा मन शांत हो जाता सिमरन नाल। हुण सतगुरु महाराज ने देखो सचखंड कोई जा नहीं सकता, सचखंड तो धुर की बाणी लिया के देती, अकाल पुरख की बाणी, निरंकार की बाणी, वाहो वाहो बाणी निरंकार है ते जेवड़ा वरना कोए, इत्थे बाणी लिया के देती गुरां ने आपां नूं। फिर सतगुरां ने अकाल पुरख दे हुक्म मुताबक 5 बाणियां दे राही अमृत दी दात सानू देती, ककार देते, कैता तो बचना दसता, संगत सानू देती सवेर शाम दी, कीर्तन दिता, कथा दिती, नितनेम दिता, सिमरन मूल मंत्र साडे कोले है, गुर मंत्र साडे कोले है, माला मंत्र साडे कोले है। जे देखिया जावे तो दिता तो सारा कुछ। नियाणे जिवें करदे पढ़ाई, कहणगे मैनूं पहलां आह चीज़ लिया के तो मैं फेर पढ़ूँ, वो भी लिया दिंदे, पहलां मैनूं आह लिया के तो मैं फेर पढ़ूँ। 100 चीज़ां नियाणिਆਂ ਨੂੰ ਆਪਾਂ ਨਿਆਣੇ ਨੂੰ ਲਿਆ ਕੇ ਦੇ ਦਈਏ, पढ़दा नहीं, कहने असल तो मैनूं पढ़ाई आउंदी ही नहीं, मेरा दिमाग नहीं काम करता। फिर इन्नियां चीज़ां एवें मंगाईਆਂ। सतगुरु महाराज सच्चे पातशाह ने सानूं इन्ना कुछ दिता, इन्नी वड्डी बाणी है साडे कोले। तुसीं जे किते विचार के देखो, आपां दूजिਆਂ ਦੀ निंदा भी नहीं करते, क्योंकि सारे ही वड्डे ने, सत्कारयोग ने। पर जे विचार के देखो, धुर की बाणी किसी होर कोल है साडे तो बिना, एक खंडे बाटे दा अमृत किसी होर कौम कोल है, किसी कोल गुरु ग्रंथ साहिब है, होर किसी कोल की है मैनूं दिखाओ तो सी, किसी कोल है की? कुछ भी नहीं हैगा। फिर भी वो बंदे धन ने, वो छोटी जी चीज़ ते गुजारा करी जाते हैं, फिर भी वो अपने धर्मां नूं उपर उठा दे आसमान च ना होने के बावजूद भी वो इन्ना उद्यम कर रहे हैं। मैं कहना उन्हां दी किन्नी शरधा, कि माड़ी माड़ी गल ते ही अपने धर्म का फैलाव कर रहे हैं। साडे कोल सगल समग्री है, सारा कुछ है, फिर भी आपां उद्यम नहीं कर रहे, फिर भी आपां थल्ले थल्ले दिनों दिन जाई जा रहे हैं। महाराज सच्चे पातशाह कहते जो घर छड्ड गवावना सो लगा मन माहे। जेड़े घर नूं छड्ड के चलिया जाना, वो घर मन दे विच आपां नूं सारिआं नूं प्यारा लगदा, मेरा घर है, ये मेरा घर है। जिथे जाए तुद वरतना तिसकी चिंता ना है। जेड़े परलोक घर विच जाके वरतना निवास करना, वो परलोक घर दी तैनूं चिंता ही नहीं। परलोक घर भी है। चलो जे आप ना पता लगे इस गल का, सतगुरु ते दा यकीन कर लो। इन्ना ज़्यादा कूड़ प्रचार इस वक्त है अपने विच। एक बंदा कहना सचखंड हुंदा ही नहीं, ये तो उही गल्लां ही बनाईयां, तो मानसिक अवस्था है दा नाम सचखंड है। ये टोरंटो की गल है। ज्यों ज्यों दिनों दिन गाहां गाहां समा वधदा जा रहा, मनां दे विचों विश्वास उठदा ही जा रहा साडे। और इस करके होर किसी का फोन आया, कहने सचखंड ये आसमान च किते हवा दे विच आ। महाराज ने बाणी लिखिया सचखंड हैगा। मैं कहा गल ये हुंदी है, ना तो खैर मैं भी दस नहीं सकता, पर अभ्यास करके सारा कुछ अभ्यासियों नूं, रब दे प्यारिਆਂ नूं दिखिया है। तू भी देख लै, मेहनत कर। इस करके जिहड़ा अभ्यास करके चीज़ देखनी है वो अलग गल है, ते जिहड़ा गल्लां बातां करनियां ये अलग चीज़ है। महाराज कहने जिथे जाके हमेशा लई रहना, उत्थों की चिंता कर। फाथे से ही निकले जे गुर की पैरी पाए। ਜਿਹੜੇ ਬੰਦੇ ਅਧਿਕਾਰੀ ਹੋ ਕੇ ਸਤਿਗੁਰੂ ਦੇ ਚਰਨੀ ਪੈ ਜਾਂਦੇ ਨੇ, ਉਹ ਫਾਹੀ ਵਿੱਚੋਂ ਨਿਕਲ ਜਾਂਦੇ ਨੇ। ਇੱਥੇ ਲਿਖਿਆ ਜਿਹੜੇ ਬੰਦੇ ਅਧਿਕਾਰੀ ਹੋ ਕੇ ਗੁਰੂ ਦੇ ਚਰਨੀ ਪੈ ਜਾਂਦੇ ਨੇ।
ਅਧਿਕਾਰੀ ਬਣਨਾ, ਉਹਦੇ ਲਾਇਕ ਬਣਨਾ ਚੀਜ਼ ਦੇ, ਫਿਰ ਗੁਰੂ ਦੇ ਚਰਨੀ ਪੈਣਾ, ਫਿਰ ਲੱਗਣਾ, ਮਿਹਨਤ ਕਰਨੀ, ਅਭਿਆਸ ਕਰਨਾ, ਉਹਨਾਂ ਉੱਤੇ ਕਿਰਪਾ ਹੋ ਜਾਂਦੀ। ਕਿਉਂਕਿ ਆਪਣੇ ਐਸਾ ਹੁੰਦਾ ਕਿ ਆਪਾਂ ਘਰਾਂ ਬਾਰਾਂ ਵਾਲੇ ਆ, ਆਪਣੀ ਸੰਗਤ ਬਹੁਤ ਘੱਟ ਆ ਉਹਨਾਂ ਗੁਰਮੁਖਾਂ ਨਾਲ। ਜਿੱਥੇ ਅਸੀਂ ਇਕੱਠੇ ਰਹਿੰਦੇ ਸੀ 400-500 ਜਾਣਾ, ਉਹਨਾਂ ਦੇ ਵਿੱਚ ਬਹੁਤ ਸਾਰੇ ਬੰਦੇ ਐਸੇ ਸੀ ਜਿਹੜੇ ਆਪਣਾ ਅਭਿਆਸ ਲਗਾਤਾਰ ਕਰੀ ਜਾਣਾ, ਪ੍ਰਾਪਤੀਆਂ ਹੋ ਜਾਣੀਆਂ, ਫਿਰ ਉਹਨਾਂ ਦੱਸਣਾ ਆਹ ਪ੍ਰਾਪਤੀ ਹੋ ਗਈ, ਆਹ ਕਿਰਪਾ ਹੋ ਗਈ। ਫਿਰ ਇੱਕ ਸ਼ੌਂਕ ਹੁੰਦਾ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਨ ਦਾ। ਰੱਬ ਦੇ ਪਿਆਰੇ ਵੀ ਦੁਨੀਆ ਦੇ ਅੰਦਰ ਜਿਵੇਂ ਕਹਿੰਦੇ ਘਟਦੇ ਬਹੁਤ ਘਟ ਗਏ। ਹੌਲੀ ਹੌਲੀ ਰੱਬ ਦੇ ਪਿਆਰੇ ਸਾਨੂੰ ਵਿਛੋੜਾ ਦਿੰਦੇ ਗਏ, ਅਤੇ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਦੁਨੀਆ ਦਾ ਮਾਹੌਲ ਦੇਖ ਕੇ ਚੁੱਪ ਕਰਕੇ ਆਪੋ ਆਪਣੇ ਕਮਰਿਆਂ 'ਚ ਕੁੰਡੀਆਂ ਲਾ ਕੇ ਬੈਠ ਗਏ। ਉਹ ਕਹਿੰਦੇ ਹੁਣ ਕਿਹਦੇ ਨਾਲ ਮੱਥਾ ਮਾਰਾਂਗੇ। ਉਹ ਪਿੱਛੇ ਜੇ ਨੂੰ ਹਟ ਗਏ ਸਾਰੇ ਜਾਣੇ, ਸੰਸਾਰ ਦੇ ਵਿੱਚ ਅੱਗੇ ਨੂੰ ਆ ਨਹੀਂ ਰਹੇ। ਮਹਾਰਾਜ ਕਹਿੰਦੇ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਸਿਖਾਏ। ਗੁਰੂ ਤੋਂ ਬਗੈਰ ਹੋਰ ਕੋਈ ਬਚਾ ਨਹੀਂ ਸਕਦਾ। ਸਤਿਗੁਰੂ ਜੈਸਾ ਸਮਰੱਥ ਹੋਰ ਦੂਜਾ ਦੇਖਣ ਨੂੰ ਕੋਈ ਹੈ ਨਹੀਂ ਜਿਹੜਾ ਆਪਾਂ ਨੂੰ ਬਚਾ ਸਕੇ। ਜੇ ਆਪਾਂ ਇੱਕ ਪਾਸੇ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਖੀਏ, ਇਹਨਾਂ ਦੇ ਬਰਾਬਰ ਲਿਆ ਕੇ ਖੜਾ ਕਰੋ ਤਾਂ ਕੋਈ 10 ਗੁਰਾਂ ਦੇ ਕੋਈ ਹੈ ਬਰਾਬਰ? ਕਿਹਨੂੰ ਖੜਾਵਾਂਗੇ ਲਿਆ ਕੇ? ਮਹਾਰਾਜ ਸੱਚੇ ਪਾਤਸ਼ਾਹ ਦੇ ਬਰਾਬਰ ਹੋਰ ਕੋਈ ਵੀ ਨਹੀਂ ਹੈ। ਇਸ ਕਰਕੇ ਮਹਾਰਾਜ ਨੇ ਇੱਥੇ ਬਚਨ ਲਿਖਿਆ ਕਿ ਸਤਿਗੁਰੂ ਤੋਂ ਬਗੈਰ ਕੋਈ ਨਹੀਂ ਬਚਾ ਸਕਦਾ, ਨਾ ਕੋਈ ਦੇਖਣ ਨੂੰ ਸਮਰੱਥੀ ਹੈ ਹੋਰ। ਚਾਰੇ ਕੁੰਡਾਂ ਭਾਲ ਕੈ ਆਏ ਪਿਆ ਸਰਣਾਏ। ਕਹਿੰਦੇ ਚਾਰੇ ਦਿਸ਼ਾਵਾਂ ਢੂੰਡ ਢਾਣ ਕੇ ਚੰਗੀ ਤਰ੍ਹਾਂ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਗਿਆ। ਹੁਣ ਸਭ ਕੁਝ ਦੇਖ ਲਿਆ, ਚਾਰੇ ਕੁੰਡਾਂ ਭਾਲੀਆਂ ਕੋ ਨੀਮੀ ਮੈਂਡਾ। ਸੋ ਇਸ ਕਰਕੇ ਸੰਸਾਰ ਦੇ ਵਿੱਚ ਜੇ ਆਪਾਂ ਸਟੱਡੀ ਕਰੀਏ, ਸਾਰੇ ਪਾਸੇ ਜਾਈਏ, ਹਰੇਕ ਧਰਮ ਨੂੰ ਦੇਖੀਏ, ਹਰ ਇੱਕ ਦੀ ਵਿਚਾਰ ਕਰੀਏ, ਅਖੀਰ ਤੇ ਕੁਝ ਨਹੀਂ ਨਿਕਲਦਾ ਹੈ ਕਿਤੋਂ। ਸਿਰਫ ਜੇ ਵਿਚਾਰ ਕੇ ਦੇਖੀਏ, ਗੁਰੂ ਘਰ ਦੇ ਵਿੱਚ ਹੀ ਸਾਰਾ ਕੁਝ ਹੈ, ਗੁਰੂ ਸਾਹਿਬ ਦੇ ਕੋਲ ਹੀ ਸਾਰਾ ਕੁਝ ਹੈ। ਬਹੁਤ ਹੀ ਜ਼ਿਆਦਾ ਉਸ ਸਿਆਣਪ ਤੇ ਡੂੰਘਾਈ ਵੱਲ ਜਾਣ ਦੀ ਇੱਛਾ ਛੱਡ ਕੇ ਪ੍ਰਾਪਤੀ ਦੀ ਇੱਛਾ ਤੇ ਰਸ ਦੀ ਇੱਛਾ ਲਈ ਮਿਹਨਤ ਅਭਿਆਸ ਆਪਣਾ ਕਰੀਏ ਆਪ, ਫਿਰ ਕਿਰਪਾ ਹੋ ਸਕਦੀ ਮਹਾਰਾਜ ਸੱਚੇ ਪਾਤਸ਼ਾਹ ਦੀ। ਇੱਕ ਪਾਸੇ ਤਾਂ ਰੱਬ ਦੇ ਪਿਆਰੇ ਇੰਨੀ ਉਚਾਈ 'ਚ ਚਲੇ ਗਏ ਨੇ ਜਿਨ੍ਹਾਂ ਨੂੰ ਸਾਰਾ ਕੁਝ ਤਿੰਨੇ ਲੋਕ ਅੱਖਾਂ ਨਾਲ ਦਿਖੀ ਜਾਂਦੇ ਨੇ, ਇੱਕ ਪਾਸੇ ਉਹ ਨੇ ਜਿਨ੍ਹਾਂ ਨੂੰ ਦਿਖਦਾ ਹੀ ਕੁਝ ਨਹੀਂ। ਬਹੁਤ ਫਰਕ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਸੱਚੈ ਪਾਤਸ਼ਾਹ ਡੁੱਬਦਾ ਲਿਆ ਕਢਾਏ। ਕਹਿੰਦੇ ਮੈਂ ਡੁੱਬਦਾ ਜਾਂਦਾ ਸੀ, ਪਰ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਗੁਰੂ ਰੂਪ ਮਲਾਹ ਪਾਸੋਂ ਮੈਨੂੰ ਕਢਵਾ ਲਿੱਤਾ। ਅਕਾਲ ਪੁਰਖ ਨੇ ਕਿਰਪਾ ਕਰਤੀ, ਸਤਿਗੁਰੂ ਸੱਚੇ ਪਾਤਸ਼ਾਹ ਦੇ ਰਾਹੀਂ ਮੈਨੂੰ ਇਹਦੇ ਵਿੱਚੋਂ ਕਢਾ ਲਿਆ।